ਉਹ ਕਹਿੰਦੇ ਆ ਵੀ ਪਹਿਲਾਂ ਇੰਨਾ ਹਊਆ ਪੈ ਗਿਆ ਜਦੋਂ ਨਵਾਂ ਵਾਇਰਸ ਆਇਆ, ਲੈਬ 'ਚ ਚੈੱਕ ਕੀਤਾ, ਆਹ ਸਰਫੇਸ 'ਚ ਇੰਨਾ ਟਾਈਮ ਰਹੂਗਾ, ਇੱਥੇ ਇੰਨਾ ਦਿਨ ਰਹੂਗਾ, ਇੱਥੇ ਇੰਨਾ ਦਿਨ ਰਹੂਗਾ। ਬਟ ਉਹਨਾਂ ਨੇ ਜਦੋਂ ਕਲੀਨਿਕਲੀ ਦੇਖਿਆ ਕਮਿਊਨਿਟੀ ਦੇ ਵਿੱਚ, ਹੁਣ ਥੋੜਾ ਜਿਹਾ ਧਿਆਨ ਦੇ ਨਾਲ ਗੱਲ ਸੁਣਿਓ, ਮੈਜੋਰਿਟੀ ਇਹਦਾ ਟ੍ਰਾਂਸਮਿਸ਼ਨ ਹੋਣਾ ਖੰਘ ਦੇ ਨਾਲ, ਛਿੱਕਾਂ ਦੇ ਨਾਲ ਤੇ ਬੋਲਣ ਦੇ ਨਾਲ। ਜਿਹੜਾ ਸਰਫੇਸ ਨੂੰ ਟੱਚ ਕਰਕੇ ਟ੍ਰਾਂਸਮਿਸ਼ਨ ਹੈ ਬਹੁਤ ਘੱਟ ਹੋਊਗਾ, ਅਗਰ ਹੋਊਗਾ ਵੀ ਤੇ। ਸੋ ਆ ਜਿਹੜੇ ਆਪਾਂ ਹੁਣ ਗਰੋਸਰੀ ਲਿਆ ਲਾ ਕੇ ਉਹਨੂੰ ਸਾਫ਼ ਕਰੀ ਜਾਂਦੇ ਆ, ਪੈਕੇजेस ਨੂੰ ਸਾਫ਼ ਕਰੀ ਜਾਂਦੇ ਆ, ਸਰਫੇਸਿਸ ਨੂੰ ਬਾਰ-ਬਾਰ ਸਾਫ਼ ਕਰੀ ਜਾਂਦੇ ਆ, ਉਹਨਾਂ ਦੇ ਰეკਮੈਂਡੇਸ਼ਨ ਹੈ ਵੀ ਇੰਨੀ ਸਾਰੀ ਲੋੜ ਨਹੀਂ ਹੈਗੀ। ਮਾਸਕ ਪਾਓ, ਹੱਥ ਧੋਓ ਸਾਬਣ ਔਰ ਪਾਣੀ ਦੇ ਨਾਲ, ਤੇ ਫਿਜ਼ੀਕਲ ਡਿਸਟੈਂਸ ਰੱਖੋ। ਸੋ ਆਪਾਂ ਨੂੰ ਇਹਦੇ ਜਾਣਾ ਚਾਹੀਦਾ, ਕਿਉਂਕਿ ਹੁਣ ਸਾਨੂੰ ਥੋੜੀ ਜੀ ਜਿਹੜੀ ਚਿੰਤਾ ਹੈਗੀ ਸੀ ਬਹੁਤ ਜ਼ਿਆਦਾ, ਉਸ ਤੋਂ ਬਾਹਰ ਨਿਕਲਣਾ ਚਾਹੀਦਾ। ਦੂਜੀ ਗੱਲ ਹੈਗੀ ਆ ਵੀ ਅਗਰ ਮਾਸਕ ਘੱਟ ਤੁਹਾਡੇ ਕੋਲ ਹੈਗੇ ਆ, ਬਹੁਤ ਸਾਰੀ ਸੰਸਥਾ ਹੈਗੀਆਂ ਫ੍ਰੀ ਵੀ ਪ੍ਰੋਵਾਈਡ ਕਰਦੀਆਂ। ਅਗਰ ਨਹੀਂ ਆ ਤਾਂ ਰੁਮਾਲ ਬੰਨ ਸਕਦੇ ਆ, ਸਾਫਾ ਬੰਨ ਸਕਦੇ ਆ, ਤੁਸੀਂ ਕੁਛ ਨਾ ਕੁਛ ਤਾਂ ਆਪਣਾ ਨੱਕ ਮੂੰਹ ਢੱਕੋ, ਤੁਹਾਨੂੰ ਪ੍ਰੋਟੈਕਸ਼ਨ ਮਿਲੂਗੀ, ਕੋਈ ਨੁਕਸਾਨ ਨਹੀਂ ਹੋਊਗਾ। ਇੱਕ ਕਹਾਵਤ ਹੈਗੀ ਆ ਵੀ ਦੇਰ ਆਏ ਦਰੁਸਤ ਆਏ। ਸੋ ਅੱਜ ਸਾਡੇ ਚੀਫ ਮੈਡੀਕਲ ਆਫਿਸਰ ਡਾਕਟਰ ਥਰੀਸਾ ਟੈਮ ਉਹਨਾਂ ਨੇ ਕਹਿ ਦਿੱਤਾ ਵੀ ਮਾਸਕ ਪਾਉਣਾ ਬਹੁਤ ਅੱਛੀ ਗੱਲ ਹੈਗੀ, ਔਰ ਖਾਸ ਕਰਕੇ ਜਦੋਂ ਤੁਸੀਂ ਫਿਜ਼ੀਕਲ ਡਿਸਟੈਂਸ 6 ਫੁੱਟ ਦਾ ਨਹੀਂ ਰੱਖ ਸਕਦੇ। ਵੀ ਮਾਸਕ ਦਾ ਫਾਇਦਾ ਹੈਗਾ, ਨੁਕਸਾਨ ਘੱਟ ਹੈ, ਫਾਇਦਾ ਜ਼ਿਆਦਾ। ਇੱਥੇ ਮੈਂ ਨਾ ਥੋੜਾ ਪਿੱਛੇ ਲੈ ਕੇ ਜਾਣਾ ਚਾਹੁੰਦਾ। ਜੀ ਜਦੋਂ ਇਹ ਚਾਈਨਾ 'ਚ ਫੈਲ ਰਿਹਾ ਸੀ, ਉਹਦੇ ਲਾਗੇ ਤਾਇਵਾਨ ਹੈਗਾ 130 ਮੀਲ 'ਚ। ਜੀ ਤਾਇਵਾਨ ਦੇ ਲੋਕਾਂ ਨੇ ਸਾਰਿਆਂ ਨੇ ਮਾਸਕ ਪਾਏ, ਗਵਰਨਮੈਂਟ ਨੇ ਫ੍ਰੀ ਪ੍ਰੋਵਾਈਡ ਕੀਤੇ। ਉਹਨਾਂ ਦੀ ਤੁਸੀਂ ਦੇਖ ਲਓ ਕੋਵਿਡ ਦੀ ਦਰ, ਹਸਪੀਟਲ ਦਰ ਤੇ ਮੌਤ ਦੀ ਦਰ ਬਹੁਤ ਲੋ ਰਹੀ, ਹਾਂਗਕਾਂਗ 'ਚ ਲੋ ਰਹੀ। ਔਰ ਜਿਹੜੇ ਵੀ ਕੰਟਰੀਜ਼ 'ਚ ਮਾਸਕ ਯੂਜ਼ ਹੋਇਆ, ਉੱਥੇ ਐਕਚੁਅਲੀ ਫਾਇਦਾ ਹੀ ਹੋਇਆ, ਨੁਕਸਾਨ ਨਹੀਂ ਹੋਇਆ। ਕੈਨੇਡੀਅਨਸ ਲੋਕੋ ਮਾਸਕ ਪਾਇਆ ਕਰੋ। ਹੁਣ ਦੇਖੋ ਜਿਹੜਾ ਆਰਡੀਨਰੀ ਮਾਸਕ ਵੀ ਹੈਗਾ, ਸਮਝੋ ਮੈਨੂੰ ਕੋਵਿਡ ਹੈਗਾ, ਮੈਂ ਉਹਦੇ 'ਚ ਖੰਗਿਆ ਤੇ 95% ਜਿਹੜਾ ਉਹ ਵਾਇਰਸ ਹੈ ਉਹ ਮਾਸਕ ਦੇ ਵਿੱਚ ਰਹਿ ਜਾਊਗਾ, ਬਹੁਤ ਘੱਟ ਸਾਈਡ ਤੋਂ ਜਾਊਗਾ। ਹੁਣ ਟਰਬਲ ਇਹ ਹੈਗੀ ਆ ਵੀ ਬਹੁਤ ਸਾਰੀ ਕੰਟਰੀਜ਼ ਜਿਹੜੀਆਂ ਹੈਗੀਆਂ ਜਿਨ੍ਹਾਂ ਨੇ ਇਨਫੈਕਸ਼ਨ ਦਾ ਦਰ ਥੱਲੇ ਰੱਖਿਆ, ਉਹ ਪਹਿਲੇ ਦਿਨ ਤੋਂ ਹੀ ਮਾਸਕ ਪਾ ਰਹੀਆਂ ਸੀ। ਸੋ ਡਾਕਟਰ ਪ੍ਰਗਟ ਸਿੰਘ ਭੁਰਜੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਸਾਡੇ ਨਾਲ ਨੇ, ਉਹਨਾਂ ਤੋਂ ਇਹਦੇ ਸੰਬੰਧੀ ਅਪਡੇਟ ਲੈਂਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ, ਤੇ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਇਸ ਇੱਕ ਮਾਸਕ ਦੀ ਅੱਜ ਫੇਰ ਚਰਚਾ ਹੋਈ ਹੈ ਜੀ, ਇਹਦੇ ਬਾਰੇ ਸਾਨੂੰ ਦੱਸਿਓ, ਇਹਦਾ ਕਿੰਨਾ ਕੁ ਫਾਇਦਾ ਨੁਕਸਾਨ ਆ ਤੇ ਕਿੱਦਾਂ ਦਾ ਹੋਣਾ ਚਾਹੀਦਾ ਜੀ? ਇੱਕ ਕਹਾਵਤ ਹੈਗੀ ਆ ਵੀ ਦੇਰ ਆਏ ਦਰੁਸਤ ਆਏ। ਸੋ ਅੱਜ ਸਾਡੇ ਚੀਫ ਮੈਡੀਕਲ ਆਫਿਸਰ ਡਾਕਟਰ ਥਰੀਸਾ ਟੈਮ ਉਹਨਾਂ ਨੇ ਕਹਿ ਦਿੱਤਾ ਵੀ ਮਾਸਕ ਪਾਉਣਾ ਬਹੁਤ ਅੱਛੀ ਗੱਲ ਹੈਗੀ, ਔਰ ਖਾਸ ਕਰਕੇ ਜਦੋਂ ਤੁਸੀਂ ਫਿਜ਼ੀਕਲ ਡਿਸਟੈਂਸ 6 ਫੁੱਟ ਦਾ ਨਹੀਂ ਰੱਖ ਸਕਦੇ, ਕਿਉਂਕਿ ਹੁਣ ਲਾਕਡਾਊਨ ਖੁੱਲ੍ਹਿਆ, ਕਾਫੀ ਇਕੋਨਮੀਜ਼ ਜਿਹੜੀਆਂ ਹੈਗੀਆਂ ਫਿਰ ਸਾਡੇ ਪ੍ਰੋਬਲਮਸ 'ਚ ਚੱਲ ਰਹੀਆਂ। ਲੇਕਿਨ ਮੈਂ ਕਹੂੰਗਾ ਵੀ ਮਾਸਕ ਦਾ ਫਾਇਦਾ ਹੈਗਾ, ਨੁਕਸਾਨ ਘੱਟ ਹੈ, ਫਾਇਦਾ ਜ਼ਿਆਦਾ। ਇੱਥੇ ਮੈਂ ਨਾ ਥੋੜਾ ਪਿੱਛੇ ਲੈ ਕੇ ਜਾਣਾ ਚਾਹੁੰਦਾ। ਜੀ ਜਦੋਂ ਇਹ ਚਾਈਨਾ 'ਚ ਫੈਲ ਰਿਹਾ ਸੀ, ਉਹਦੇ ਲਾਗੇ ਤਾਇਵਾਨ ਹੈਗਾ 130 ਮੀਲ 'ਚ। ਜੀ ਤਾਇਵਾਨ ਦੇ ਲੋਕਾਂ ਨੇ ਸਾਰਿਆਂ ਨੇ ਮਾਸਕ ਪਾਏ, ਗਵਰਨਮੈਂਟ ਨੇ ਫ੍ਰੀ ਪ੍ਰੋਵਾਈਡ ਕੀਤੇ। ਉਹਨਾਂ ਦੀ ਤੁਸੀਂ ਦੇਖ ਲਓ ਕੋਵਿਡ ਦੀ ਦਰ, ਹਸਪੀਟਲ ਦਰ ਤੇ ਮੌਤ ਦੀ ਦਰ ਬਹੁਤ ਲੋ ਰਹੀ, ਹਾਂਗਕਾਂਗ 'ਚ ਲੋ ਰਹੀ। ਔਰ ਜਿਹੜੇ ਵੀ ਕੰਟਰੀਜ਼ 'ਚ ਮਾਸਕ ਯੂਜ਼ ਹੋਇਆ, ਉੱਥੇ ਐਕਚੁਅਲੀ ਫਾਇਦਾ ਹੀ ਹੋਇਆ, ਨੁਕਸਾਨ ਨਹੀਂ ਹੋਇਆ। ਅੱਜ ਨਿਊਯਾਰਕ ਦੇ ਜਿਹੜੇ ਹੈਗੇ ਆ ਕਰਤਾ ਧਰਤਾ ਐਂਡਰੂ ਕੁਮੋ ਜੀ, ਉਹ ਵੀ ਕਹਿ ਰਹੇ ਆ ਜ਼ੋਰ ਸ਼ੋਰ ਦੇ ਨਾਲ ਵੀ ਕੈਨੇਡੀਅਨਸ ਲੋਕੋ ਮਾਸਕ ਪਾਇਆ ਕਰੋ। ਹੁਣ ਦੇਖੋ ਜਿਹੜਾ ਆਰਡੀਨਰੀ ਮਾਸਕ ਵੀ ਹੈਗਾ, ਸਮਝੋ ਮੈਨੂੰ ਕੋਵਿਡ ਹੈਗਾ, ਮੈਂ ਉਹਦੇ 'ਚ ਖੰਗਿਆ ਤੇ 95% ਜਿਹੜਾ ਉਹ ਵਾਇਰਸ ਹੈ ਉਹ ਮਾਸਕ ਦੇ ਵਿੱਚ ਰਹਿ ਜਾਊਗਾ, ਬਹੁਤ ਘੱਟ ਸਾਈਡ ਤੋਂ ਜਾਊਗਾ। ਔਰ ਅਗਰ ਅਗਲੇ ਨੇ ਵੀ ਪਾਇਆ ਤਾਂ ਉਹਨੂੰ ਵੀ ਤਾਂ 10-15% ਪ੍ਰੋਟੈਕਸ਼ਨ ਮਿਲ ਰਹੀ ਆ। ਸੋ ਇਸ ਲਈ ਇਹਦਾ ਫੈਲਾਅ ਜਿਹੜਾ ਹੈਗਾ ਬੜੇ ਸੌਖੇ ਤਰੀਕੇ ਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਮਾਸਕ ਦੇ ਥਰੂ। ਮਾਸਕ ਭਾਵੇਂ ਕੱਪੜੇ ਦਾ ਬਣਿਆ ਹੋਏ, ਉਹ ਧੋ ਸਕਦੇ ਹੋ, ਤੁਸੀਂ ਧੋ ਕੇ ਫਿਰ ਪ੍ਰੈਸ ਕਰ ਸਕਦੇ ਹੋ, ਜਾਂ ਫਿਰ ਤੁਸੀਂ ਨਵਾਂ ਲੈ ਸਕਦੇ ਹੋ, ਤੁਹਾਡੀ ਮਰਜ਼ੀ ਆ। ਹੁਣ ਗੱਲ ਇਹ ਹੈਗੀ ਆ ਵੀ N95 N75 ਮਾਸਕ ਦੀ ਇੰਨੀ ਲੋੜ ਨਹੀਂ ਆ, ਉਹ ਹਸਪਤਾਲਾਂ 'ਚ ਡਾਕਟਰਾਂ ਦੇ ਲਈ ਜ਼ਰੂਰੀ ਆ। ਜਿਹੜਾ ਆਰਡੀਨਰੀ ਕੱਪੜੇ ਦਾ ਮਾਸਕ ਆ, ਜਿੱਦਾਂ ਹੁਣ ਮੇਰੀ ਵਾਈਫ ਆ, ਉਹਨੇ ਘੱਟ ਤੋਂ ਘੱਟ 1000-1500 ਮਾਸਕ ਸੀਤਾ ਹੋਣਾ ਇਸ ਦੌਰਾਨ, ਬਹੁਤ ਸਾਰੇ ਆਰਗੇਨਾਈਜੇਸ਼ਨਸ ਨੂੰ ਸਪਲਾਈ ਕੀਤਾ, ਲੇਡੀਜ਼ ਦਾ ਇੱਕ ਗਰੁੱਪ ਸੀ। ਸੋ ਮਾਸਕ ਜਿਹੜਾ ਹੈਗਾ ਉਹਦਾ ਕੋਈ ਇੰਨਾ ਸਾਈਡ ਇਫੈਕਟ ਨਹੀਂ ਹੈਗਾ। ਹੁਣ ਟਰਬਲ ਇਹ ਹੈਗੀ ਆ ਵੀ ਬਹੁਤ ਸਾਰੀ ਕੰਟਰੀਜ਼ ਜਿਹੜੀਆਂ ਹੈਗੀਆਂ ਜਿਨ੍ਹਾਂ ਨੇ ਇਨਫੈਕਸ਼ਨ ਦਾ ਦਰ ਥੱਲੇ ਰੱਖਿਆ, ਉਹ ਪਹਿਲੇ ਦਿਨ ਤੋਂ ਹੀ ਮਾਸਕ ਪਾ ਰਹੀਆਂ ਸੀ। ਹੁਣ ਮੈਂ ਤੁਹਾਡੇ ਨਾਲ ਇੱਕ ਹੋਰ ਖਬਰ ਸਾਂਝੀ ਕਰਨੀ ਚਾਹੁੰਦਾ, ਜਿਹੜੀ ਮੈਂ ਹੁਣੇ ਵਾਚ ਰਿਹਾ ਸੀ। CDC ਅਮਰੀਕਾ ਤੋਂ ਆਈ ਆ ਜੀ। ਡਾਕਟਰ ਜੌਨ ਵਾਈਟ, WHYTE, ਉਹਨਾਂ ਦੇ ਡਾਇਰੈਕਟਰ ਆ। ਉਹ ਕਹਿੰਦੇ ਆ ਵੀ ਪਹਿਲਾਂ ਇੰਨਾ ਹਊਆ ਪੈ ਗਿਆ ਜਦੋਂ ਨਵਾਂ ਵਾਇਰਸ ਆਇਆ, ਲੈਬ 'ਚ ਚੈੱਕ ਕੀਤਾ,
ਆਹ ਸਰਫੇਸ 'ਚ ਇੰਨਾ ਟਾਈਮ ਰਹੂਗਾ, ਇੱਥੇ ਇੰਨਾ ਦਿਨ ਰਹੂਗਾ, ਇੱਥੇ ਇੰਨਾ ਦਿਨ ਰਹੂਗਾ। ਬਟ ਉਹਨਾਂ ਨੇ ਜਦੋਂ ਕਲੀਨਿਕਲੀ ਦੇਖਿਆ ਕਮਿਊਨਿਟੀ ਦੇ ਵਿੱਚ, ਹੁਣ ਥੋੜਾ ਜਿਹਾ ਧਿਆਨ ਦੇ ਨਾਲ ਗੱਲ ਸੁਣਿਓ, ਮੈਜੋਰਿਟੀ ਇਹਦਾ ਟ੍ਰਾਂਸਮਿਸ਼ਨ ਹੋਣਾ ਖੰਘ ਦੇ ਨਾਲ, ਛਿੱਕਾਂ ਦੇ ਨਾਲ ਤੇ ਬੋਲਣ ਦੇ ਨਾਲ। ਜਿਹੜਾ ਸਰਫੇਸ ਨੂੰ ਟੱਚ ਕਰਕੇ ਟ੍ਰਾਂਸਮਿਸ਼ਨ ਹੈ ਬਹੁਤ ਘੱਟ ਹੋਊਗਾ, ਅਗਰ ਹੋਊਗਾ ਵੀ ਤੇ। ਸੋ ਆ ਜਿਹੜੇ ਆਪਾਂ ਹੁਣ ਗਰੋਸਰੀ ਲਿਆ ਲਾ ਕੇ ਉਹਨੂੰ ਸਾਫ਼ ਕਰੀ ਜਾਂਦੇ ਆ, ਪੈਕੇजेस ਨੂੰ ਸਾਫ਼ ਕਰੀ ਜਾਂਦੇ ਆ, ਸਰਫੇਸਿਸ ਨੂੰ ਬਾਰ-ਬਾਰ ਸਾਫ਼ ਕਰੀ ਜਾਂਦੇ ਆ, ਉਹਨਾਂ ਦੇ ਰਿਕਮੈਂਡੇਸ਼ਨ ਹੈ ਵੀ ਇੰਨੀ ਸਾਰੀ ਲੋੜ ਨਹੀਂ ਹੈਗੀ। ਮਾਸਕ ਪਾਓ, ਹੱਥ ਧੋ ਸਾਬਣ ਔਰ ਪਾਣੀ ਦੇ ਨਾਲ, ਤੇ ਫਿਜ਼ੀਕਲ ਡਿਸਟੈਂਸ ਰੱਖੋ। ਸੋ ਆਪਾਂ ਨੂੰ ਇਹਦੇ ਜਾਣਾ ਚਾਹੀਦਾ, ਕਿਉਂਕਿ ਹੁਣ ਸਾਨੂੰ ਥੋੜੀ ਜੀ ਜਿਹੜੀ ਚਿੰਤਾ ਹੈਗੀ ਸੀ ਬਹੁਤ ਜ਼ਿਆਦਾ, ਉਸ ਤੋਂ ਬਾਹਰ ਨਿਕਲਣਾ ਚਾਹੀਦਾ। ਦੂਜੀ ਗੱਲ ਹੈਗੀ ਆ ਵੀ ਅਗਰ ਮਾਸਕ ਘੱਟ ਤੁਹਾਡੇ ਕੋਲ ਹੈਗੇ ਆ, ਬਹੁਤ ਸਾਰੀ ਸੰਸਥਾ ਹੈਗੀਆਂ ਫ੍ਰੀ ਵੀ ਪ੍ਰੋਵਾਈਡ ਕਰਦੀਆਂ। ਅਗਰ ਨਹੀਂ ਆ ਤਾਂ ਰੁਮਾਲ ਬਣ ਸਕਦੇ ਆ, ਸਾਫਾ ਬਣ ਸਕਦੇ ਆ, ਤੁਸੀਂ ਕੁਛ ਨਾ ਕੁਛ ਤਾਂ ਆਪਣਾ ਨੱਕ ਮੂੰਹ ਟੱਕੋ, ਤੁਹਾਨੂੰ ਪ੍ਰੋਟੈਕਸ਼ਨ ਮਿਲੂਗੀ, ਕੋਈ ਨੁਕਸਾਨ ਨਹੀਂ ਹੋਊਗਾ। ਇੱਕ ਗੱਲ ਜ਼ਰੂਰ ਹੈ ਵੀ ਮਾਸਕ ਘੁੱਟ ਕੇ ਬੰਨ ਕੇ ਬਹੁਤਾ ਦੌੜਨ ਚ ਨਾ ਜਾਇਓ, ਫਿਰ ਤੁਹਾਡੀ ਬਰੀਥਿੰਗ ਦੇ ਉੱਤੇ ਅਸਰ ਪਊਗਾ। ਇੱਕ ਬੰਦੇ ਦੀ ਲੰਗ ਕੋਲੈਪਸ ਹੋਈ, ਖਾਲੀ ਇੱਕੋ ਰਿਪੋਰਟ ਆਈ ਸੀ। ਸੋ ਅਗਰ ਤੁਸੀਂ ਦੌੜਨਾ ਹੈਗਾ, ਉਸ ਜਗ੍ਹਾ ਨੂੰ ਚੈੱਕ ਕਰੋ ਜਿੱਥੇ ਜ਼ਿਆਦਾ ਸੰਗਤ ਨਾ ਹੋਵੇ, ਜ਼ਿਆਦਾ ਲੋਕੀ ਨਾ ਹੋਣ, ਤੇ ਬਿਨਾਂ ਮਾਸਕ ਤੋਂ ਦੌੜੋ। ਫਰੈਸ਼ 에ਅਰ 'ਚ ਕਿੱਥੇ ਕਰੋਨਾ ਹੈਗਾ। ਹੁਣ ਅੱਜ ਵੀ BC 'ਚ ਅਗਰ ਆਪਾਂ ਆਖੀਏ, ਬ੍ਰਿਟਿਸ਼ ਕੋਲੰਬੀਆ, ਪੂਰੇ ਬ੍ਰਿਟਿਸ਼ ਕੋਲੰਬੀਆ 'ਚ ਐਕਟਿਵ ਕੋਵਿਡ ਵਾਇਰਸ ਕਮਿਊਨਿਟੀ 'ਚ 0 ਆ, ZERO। ਜਿਹੜੇ ਅੱਜ ਕੇਸਿਸ ਵੀ ਆਏ ਉਹ ਮਿਸ਼ਨ ਜਿਹੜੇ ਰੈਸੀਡੈਂਸ਼ੀਅਲ ਕੇਅਰ ਹੋਮ ਤੋਂ ਆਏ ਆ। ਸੋ ਬੜਾ ਕੰਟੇਨਡ ਹੈਗਾ। ਅਸੀਂ ਇਹ ਵਾਇਰਸ ਜਿਹੜਾ ਹੈਗਾ ਵੇਖ ਰਹੇ ਰੈਸੀਡੈਂਸ਼ੀਅਲ ਕੇਅਰ ਹੋਮ ਜਾਂ ਇੰਸਟੀਟਿਊਸ਼ਨ, ਸੋ ਕਮਿਊਨਿਟੀ 'ਚ ਉੱਦਾਂ ਵੀ ਨਹੀਂ ਆ। ਲੇਕਿਨ ਤਾਂ ਵੀ ਸਾਨੂੰ ਸਭ्य ਹੋਣਾ ਚਾਹੀਦਾ ਵੀ ਅਸੀਂ ਕਿਉਂਕਿ ਜਿਹੜੇ WHO ਦੇ ਇੱਕ ਅਧਿਆਇਕ ਹੈਗੇ ਆ, ਖਾਸ ਕਰਕੇ ਯੂਰਪ ਤੋਂ ਦੱਸ ਰਹੇ ਆ ਵੀ ਸੈਕੰਡ ਵੇਵ ਦੀ ਵੀ ਚਾਂਸਸ ਹੋਣ ਦੀ ਸੰਭਾਵਨਾ ਹੋ ਸਕਦੀ ਆ, ਕਿਉਂਕਿ ਆਲਰੇਡੀ ਜਿਲਨ ਕਰਕੇ ਜਿਹੜਾ ਪ੍ਰੋਵਿੰਸ ਹੈਗਾ ਚਾਈਨਾ ਦੇ ਵਿੱਚ, ਉਹ ਕਾਫੀ ਵੱਡੀ ਮਾਤਰਾ 'ਚ ਲੋਕਾਂ ਨੂੰ ਉੱਥੇ ਇਨਫੈਕਸ਼ਨ ਹੋਇਆ ਤੇ ਸੋਚ ਰਹੇ ਆ ਵੀ ਉੱਥੇ ਲਾਕਡਾਊਨ ਕੀਤਾ ਜਾਏ ਕਿ ਨਾ ਕੀਤਾ ਜਾਏ। ਸੋ ਇਹ ਜਿਹੜੇ ਅਧਿਆਇਕ ਯੂਰਪ ਦੇ ਹੈਗੇ ਆ, ਡਾਕਟਰ ਕਲੂਗ KLUGE, ਇਹ ਕਹਿ ਰਹੇ ਆ ਵੀ ਜਦੋਂ ਸਿਆਲ ਹੋਣਗੇ, ਜਦੋਂ ਰੈਗੂਲਰ ਫਲੂ ਆਊਗਾ, ਦੁਬਾਰਾ ਵੀ ਇਹ ਆ ਸਕਦਾ। ਲੇਕਿਨ ਸਾਨੂੰ ਹੈਂਡ ਵਾਸ਼ਿੰਗ, ਮਾਸਕ ਤੇ ਫਿਜ਼ੀਕਲ ਡਿਸਟੈਂਸ ਇਹ ਜ਼ਰੂਰੀ ਮੇਨਟੇਨ ਕਰਨਾ ਚਾਹੀਦਾ। ਡਾਕਟਰ ਸਾਹਿਬ, ਇੱਕ ਗੱਲ ਕਹਿੰਦੇ ਕਿ ਮਾਸਕ ਪਾਉਣ ਦਾ ਨੁਕਸਾਨ ਵੀ ਆ ਵੀ ਤੁਸੀਂ ਹੱਥ ਬਾਰ-ਬਾਰ ਲਾਉਂਦੇ ਹੋ, ਮਾਸਕ ਇਨਫੈਕਟਡ ਹੋ ਸਕਦਾ, ਗੰਦਾ ਹੋ ਸਕਦਾ, ਤੁਹਾਡੇ ਇਨਅਪਰੋਪਰੀਏਟ ਹੋ ਸਕਦਾ ਜੀ। ਦੇਖੋ ਵੀ ਗੱਲ ਏਦਾਂ ਵੀ ਕੋਈ ਵੀ ਚੀਜ਼ ਹੈਗਾ, ਹੁਣ ਤੁਸੀਂ ਅਗਰ ਉਹੀ ਸ਼ਰਟ ਰੋਜ਼ ਪਾਈ ਜਾਓਗੇ ਤੇ ਉਹਦੇ ਵਿੱਚ ਪਸੀਨਾ ਆ, ਹੋਰ ਚੀਜ਼ਾਂ, ਸੋ ਜਰਮਸ ਵੀ ਹੋਣਗੇ। ਉਹ ਮੈਂ ਪਹਿਲਾਂ ਵੀ ਕਿਹਾ ਸੀ, ਮਾਸਕ ਅਗਰ ਤੁਸੀਂ ਚੇਂਜ ਕਰ ਸਕਦੇ ਹੋ ਜੀ, ਉਹਨੂੰ ਫਿਰ ਕੱਪੜੇ ਦਾ ਹੈਗਾ ਪ੍ਰੈਸ ਕਰਕੇ, ਜਦੋਂ ਪ੍ਰੈਸ ਕਰਦੇ ਆ ਤੇ ਸਾਰੇ ਜਰਾਸੀਮ ਖਤਮ ਹੋ ਗਏ। ਜਾਂ ਉਹਨੂੰ ਧੋ ਕੇ ਚੰਗੀ ਤਰ੍ਹਾਂ, ਮਤਲਬ ਆਪਣੇ ਵਾਸ਼ਰ ਡਰਾਇਰ ਦੇ ਵਿੱਚ, ਤਾਂ ਵੀ ਹੋ ਸਕਦੇ ਆ। ਜਾਂ ਤੁਸੀਂ ਅਫੋਰਡ ਕਰ ਸਕਦੇ ਤੇ ਡਿਸਪੋਜ਼ੇਬਲ ਵੀ ਲੈ ਸਕਦੇ ਆ, ਤੁਹਾਡੀ ਮਰਜ਼ੀ ਆ। ਸੋ ਬਾਕੀ ਇਹ ਗੱਲਾਂ ਹੈਗੀਆਂ ਵੀ ਜਿੱਦਾਂ ਹੁਣ ਆਲਰੇਡੀ CDC ਕਹਿ ਰਹੀ ਹੈ ਵੀ ਕੋਈ ਸਰਫੇਸ ਨੂੰ ਟੱਚ ਕਰਕੇ ਤੁਹਾਨੂੰ ਟ੍ਰਾਂਸਮਿਸ਼ਨ ਦੇ ਰਿਸਕ ਹੈਗੇ ਆ, ਬਟ ਐਕਸਟ੍ਰੀਮਲੀ ਲੋ ਆ। ਸਭ ਤੋਂ ਵੱਡਾ ਰਿਸਕ ਹੈਗਾ ਵੀ ਕੋਈ ਬੋਲ ਰਿਹਾ, ਖੰਘ ਰਿਹਾ ਜਾਂ ਛਿੱਕ ਮਾਰ ਰਿਹਾ, ਜਾਂ ਕੋਈ ਏਸਿਮਟੋਮੈਟਿਕ ਹੋਇਆ, ਤੇ ਉਹਦੇ ਰੈਸਪੀਰੇਟਰੀ ਸਿਸਟਮ ਤੋਂ ਟ੍ਰਾਂਸਮਿਟ ਹੋਣ ਦੇ ਚਾਂਸਸ ਸਭ ਤੋਂ ਜ਼ਿਆਦਾ ਹੈਗੇ ਆ। ਹਾਂ, ਇਹਦੇ ਵਿੱਚ ਇੱਕ ਫਾਲਸ ਸੈਂਸ ਆਫ ਸਿਕਿਉਰਿਟੀ ਵੀ ਹੈਗੀ ਹੈ। ਮੈਂ ਕਈ ਵਾਰ ਰਿਪੋਰਟਸ ਪੜ੍ਹਦਾ ਕਿ ਕਈ ਜਗ੍ਹਾ 'ਚ ਮਾਸਕ ਜਿਹੜੇ ਹੈਗੇ ਰੀਸਾਈਕਲਿੰਗ ਹੋ ਰਹੇ ਆ, ਲੇਕਿਨ ਉਹ ਰੀਸਾਈਕਲਿੰਗ ਪ੍ਰੋਸੀਜਰ ਠੀਕ ਨਹੀਂ ਕਰਦੇ। ਲੇਕਿਨ ਆਪਾਂ ਤਾਂ ਸਭ्य ਕੰਟਰੀ 'ਚ ਇੱਥੇ ਬੈਠੇ ਆ ਜਿੱਥੇ ਸਾਰਿਆਂ ਨੂੰ ਇੰਨੀ ਨੌਲੇਜ ਤੇ ਹੈਗੀ ਆ। ਲੇਕਿਨ ਹੱਥ ਧੋਣਾ, UK ਤੋਂ ਸਟੱਡੀ ਆਈ ਸੀ ਵੀ ਉਹ ਕਹਿੰਦੇ, ਹੁਣ ਮੈਂ ਇਹਦੇ 'ਚ ਇਸ ਲਈ ਨਹੀਂ ਸ਼ੇਅਰ ਕਰਨਾ ਚਾਹੁੰਦਾ ਸੀ ਵੀ ਉਹ ਕਹਿੰਦੇ ਘੱਟ ਤੋਂ ਘੱਟ 6 ਵਾਰੀ ਹੱਥ ਧੋ। ਮੈਂ ਕਹਿੰਦਾ ਵੀ ਜਿੰਨੀ ਵਾਰ ਤੁਹਾਨੂੰ ਲੋੜ ਹੈਗੀ ਤਾਂ 6 ਵਾਰੀ ਜ਼ਰੂਰੀ ਹੈ, ਥੋੜੀ ਵੀ ਕਿਸੇ ਨੇ ਕਹਿ ਦਿੱਤਾ ਤੇ 6 ਵਾਰੀ ਆਪਾਂ ਕਰਨਾ। ਤੁਹਾਨੂੰ ਪਤਾ ਅੱਜ ਤੋਂ ਕੁਝ 10 ਵਾਰੇ ਪਹਿਲਾਂ ਇੱਕ ਪ੍ਰੋਟੋਕਾਲ ਸੀ ਵੀ 6 ਵਾਰੀ ਪਾਣੀ ਪੀਆ ਕਰੋ। ਜਦੋਂ ਰਿਸਰਚ ਕਰਕੇ ਦੇਖੀ ਉਹ ਫਾਲਸ ਨਿਕਲੀ। ਪਾਣੀ ਉਹਨਾਂ ਪੀਓ ਜਿੰਨੀ ਤੁਹਾਨੂੰ ਤੇਲ ਲੱਗੀ ਆ, ਜਿੰਨੀ ਤੁਹਾਨੂੰ ਪਿਆਸ ਲੱਗੀ ਆ। ਸੋ ਇਸ ਲਈ ਅਗਰ ਤੁਸੀਂ ਬਹੁਤ ਹੀ ਜ਼ਿਆਦਾ ਕੋਈ ਏਰੀਆ 'ਚ ਹੈਗੇ ਜਿੱਥੇ ਤੁਹਾਨੂੰ ਵਰੀ ਆ, ਥੋੜਾ ਜ਼ਿਆਦਾ ਤੋਂ, ਨਹੀਂ ਤਾਂ ਅਗਰ ਘਰ ਬੈਠੇ ਆ ਤੇ 6 ਵਾਰੀ ਕਿੰਨੇ ਕਹਿ ਦਿੱਤਾ ਵੀ ਤੁਹਾਨੂੰ ਧੋਣੇ ਪੈਣੇ ਲਾਜ਼ਮੀ। ਸੋ ਸੈਂਸ, ਲੌਜਿਕ ਔਰ ਆਪਣੀ ਇੰਟੈਲੀਜੈਂਸ ਇਸਤੇਮਾਲ ਕਰਨੀ ਚਾਹੀਦੀ। ਡਾਕਟਰ ਸਾਹਿਬ, ਇੱਕ ਹੋਰ ਗੱਲ ਤੁਸੀਂ ਹੁਣੇ ਹੀ ਕਿਹਾ ਵੀ ਇਹ ਜਿਹੜੀਆਂ ਸਟੱਡੀਜ਼ ਨੇ, ਜਿਹੜੀਆਂ ਰਿਸਰਚਸ ਨੇ, ਬਦਲਦੀਆਂ ਰਹਿੰਦੀਆਂ। ਖਾਸ ਕਰ COVID-19 ਦੇ ਮਾਮਲੇ ਵਿੱਚ ਲੋਕ ਇੰਨੇ ਕਨਫਿਊਜ਼ ਹੋ ਗਏ ਕਿ ਅਸੀਂ ਜੇਕਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਸਾਰੇ ਕੁਛ ਨੂੰ ਸਟੱਡੀ ਕਰੀਏ, ਬਹੁਤ ਕੁਛ ਬਦਲਿਆ। ਤੁਸੀਂ ਹੁਣ ਆਪ ਵੀ ਗੱਲ ਕੀਤੀ ਹੈ ਕਿ ਪਹਿਲਾਂ ਇਹ ਕਹਿੰਦੇ ਸੀ ਦਿਨ 'ਚ 6 ਵਾਰੀ ਪਾਣੀ ਪੀਓ। ਇੱਕ ਚੀਜ਼ ਦੱਸਦੇ ਆ, ਕੁਛ ਚਿਰ ਪਹਿਲਾਂ ਇੱਕ ਮੈਗਜ਼ੀਨ ਦੇ ਵਿੱਚ ਛਪ ਜਾਂਦੀ ਹੈ ਕਿ ਆਹ ਚੀਜ਼ ਦਾ ਜੀ ਬਹੁਤ ਫਾਇਦਾ, ਇੱਦਾਂ ਕਰੋ। ਦੂਜੀ ਵਾਰੀ ਆ ਜਾਂਦਾ ਨਹੀਂ, ਇਹ ਗਲਤ ਆ। ਕਿੱਥੇ ਯਕੀਨ ਕੀਤਾ ਜਾਵੇ, ਲੋਕ ਕਿਸ ਚੀਜ਼ ਨੂੰ ਫੋਲੋ ਕਰਨ ਜੀ? ਤੁਹਾਡਾ ਲੋਕਲ ਜਿਹੜਾ ਸੈਂਟਰ ਫॉर ਡਿਜ਼ੀਜ਼ ਕੰਟਰੋਲ ਆ, ਉਹ ਸਭ ਤੋਂ ਬੈਸਟ ਜਿਹੜਾ ਹੈਗਾ ਤਰੀਕਾ। ਹੁਣ ਦੇਖੋ ਕਾਫੀ ਹੁਣ ਚੀਜ਼ਾਂ ਪ੍ਰਕਾਸ਼ਿਤ ਹੋ ਰਹੀਆਂ ਵੀ ਮਾਊਥ ਵਾਸ਼ ਦੇ ਨਾਲ ਕੋਵਿਡ ਵਾਇਰਸ ਖਤਮ ਹੋ ਜਾਂਦਾ ਗਲੇ 'ਚ।
ਉਹ ਭਲਿਆ ਲੋਕਾਂ, ਅਗਰ ਤੁਹਾਨੂੰ ਕੋਵਿਡ ਹੋ ਗਿਆ ਉਹ ਤਾਂ ਪੂਰੀ ਬੋਡੀ ਦੇ ਸਾਰੇ ਸੈਲਸ ਦੇ ਵਿੱਚ ਮਲਟੀਪਲਾਈ ਹੋ ਰਿਹਾ, ਉਹ ਥੋੜੀ ਸਾਡੇ ਸੰਘ 'ਚ ਬੈਠਾ। ਸੋ ਇਹ ਲੈਬ ਵਾਲੀਆਂ ਚੀਜ਼ਾਂ ਜਿਹੜੀਆਂ ਕਲੀਨਿਕਲੀ ਅਪਲਾਈ ਨਹੀਂ ਹੁੰਦੀਆਂ, ਜਿਹੜੀਆਂ CDC ਅਮਰੀਕਾ ਨੇ ਵੀ ਦੱਸਿਆ ਵੀ ਲੈਬ ਦੇ ਉੱਤੇ ਉਹ ਸਰਫੇਸ ਦੇ ਉੱਤੇ ਉਹਨਾਂ ਨੇ ਚੈੱਕ ਕਰਕੇ ਦੇਖਿਆ, ਲੇਕਿਨ ਜਦੋਂ ਆਪਾਂ ਕਲੀਨਿਕਲੀ ਦੇਖਦੇ ਹਾਂ ਉਹ ਬਿਲਕੁਲ ਨਤਾਰਾ ਨਹੀਂ ਹੁੰਦਾ। ਸੋ ਇਸ ਲਈ ਆਪਾਂ ਨੂੰ ਨਾਲੇ ਇਹ ਵਾਇਰਸ ਦੇ ਨਾਲ ਸਾਡਾ ਵਾਇਆ ਪਿਛਲੇ 5 ਮਹੀਨਿਆਂ ਤੋਂ ਪਿਆ, ਇਹਨੂੰ ਸਟੱਡੀ ਕਰ ਰਹੇ ਹਾਂ ਔਰ ਇਹਦੇ ਉੱਤੇ ਸਾਨੂੰ ਪੁਸ਼ਟੀ ਕਲੀਨਿਕਲ ਰਿਸਰਚ ਜਿਹੜਾ ਹੁਣ ਸਾਹਮਣੇ ਆ ਰਿਹਾ ਉਹ ਜ਼ਿਆਦਾ ਇਹਦੀ ਰੋਸ਼ਨੀ 'ਚ ਸਾਨੂੰ ਦੱਸ ਰਿਹਾ ਵੀ ਇੰਨਾ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ ਜਿੰਨਾ ਪਹਿਲੋਂ ਅਸੀਂ ਕ੍ਰੀਏਟ ਕਰ ਲਿਆ ਸੀ, ਕਿਉਂਕਿ ਆਪਾਂ ਡਰ ਗਏ ਸੀ। ਡਰ ਇਸ ਲਈ ਗਏ ਸੀ ਕਿ ਜਦੋਂ ਇਟਲੀ ਦੇ ਵਿੱਚ ਇੰਨੀਆਂ ਸਾਰੀਆਂ ਤੁਹਾਨੂੰ ਪਤਾ ਹਸਪੀਟਲ ਦੇ ਵਿੱਚ ਪੇਸ਼ੈਂਟ ਜਾ ਰਹੇ ਸੀ, ਵੈਂਟੀਲੇਟਰ ਦੇ ਟਰਬਲ, ਮੌਤਾਂ ਹੋ ਗਈਆਂ, ਜਿਹੜੇ ਉਹਨਾਂ ਦੇ ਮਿਲਟਰੀ ਦੇ ਬੈਰੀਕੇਡਸ ਹੈਗੇ ਭਰ ਕੇ ਸ਼ਵ ਲੈ ਕੇ ਜਾ ਰਹੇ ਸੀ ਜਾਂ ਲਾਸ਼ਾਂ ਲੈ ਕੇ, ਉਹ ਸਾਰਿਆਂ ਨੇ ਡਰਾ ਦਿੱਤਾ ਵੀ ਹਾਏ ਸਾਨੂੰ ਨਾ ਹੋ ਜਾਏ, ਸਾਨੂੰ ਨਾ ਹੋ ਜਾਏ। ਲੇਕਿਨ ਹੁਣ ਹੌਲੀ ਹੌਲੀ ਉਹ ਕਹਿੰਦੇ ਆ ਨਾ ਸਟਾਰਮ ਦਾ ਡਸਟ ਆ ਉਹ ਥੱਲੇ ਜਾ ਰਿਹਾ ਤੇ ਸਾਨੂੰ ਕਲੈਰਿਟੀ ਮਿਲ ਰਹੀ ਆ, ਦਿਖਣ 'ਚ ਥੋੜਾ ਸੌਖਾ ਹੋ ਰਿਹਾ ਵੀ ਇਹ ਚੀਜ਼ ਜਾਂ ਬਲਾ ਕੀ ਆ। ਡਾਕਟਰ ਸਾਹਿਬ ਇਹਦੇ ਤੇ ਫਿਰ ਲੋਕ ਕਨਫਿਊਜ਼ ਹੋ ਜਾਂਦੇ ਆ। ਅਮਰੀਕਾ ਦੇ ਰਾਸ਼ਟਰਪਤੀ ਮਾਨਯੋਗ ਟਰੰਪ ਸਾਹਿਬ ਕਹਿ ਰਹੇ ਆ ਕਿ ਮੈਨੂੰ 8-10 ਦਿਨ ਹੋ ਗਏ ਜਿਹੜੀ ਉਹ ਮਲੇਰੀਏ ਵਾਲੀ ਗੋਲੀ ਖਾਂਦੇ ਨੂੰ, ਤੇ 2 ਦਿਨ ਹੋਰ ਰਹਿ ਗਏ, 1 ਅੱਧੇ ਦਿਨ 'ਚ ਮੈਂ ਛੱਡ ਦੇਣੀ ਆ। WHO ਖਾਸ ਤੌਰ 'ਤੇ ਵਾਰਨਿੰਗ ਦੇ ਰਿਹਾ ਕਿ ਤੁਸੀਂ ਇਹਨੂੰ ਖਿਆਲ ਨਾਲ ਖਾਓ, ਇਹਦੇ ਨਾਲ ਕੋਈ ਹਾਰਟ ਦੇ ਉੱਤੇ ਸ਼ਾਇਦ ਅਸਰ ਹੋ ਸਕਦਾ ਜਾਂ ਇੱਦਾਂ ਦੀਆਂ ਚੀਜ਼ਾਂ ਹੋ ਸਕਦੀਆਂ। ਦੇਖੋ ਪਹਿਲੀ ਗੱਲ ਤੇ ਇਸ ਵੇਲੇ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਮੁਲਕ ਹੈਗਾ ਯੂਨਾਈਟਿਡ ਸਟੇਟਸ ਆਫ ਅਮਰੀਕਾ, ਤੇ ਉਹਦਾ ਕਮਾਂਡਰ ਇਨ ਚੀਫ ਹੈਗਾ ਪ੍ਰੈਜ਼ੀਡੈਂਟ, ਇਸ ਵੇਲੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੈਗਾ। ਸੋ 7.7 ਬਿਲੀਅਨ ਤੋਂ ਸਭ ਤੋਂ ਜ਼ਿਆਦਾ ਪਾਵਰਫੁਲ ਵਿਅਕਤੀ ਉਹ ਆ। ਲੇਕਿਨ ਹੁਣ ਮੈਂ ਥੋੜਾ ਜਿਹਾ ਪਿੱਛੇ ਜਾਣਾ, ਮੈਂ ਹੈਗਾ ਡਾਕਟਰ, ਮੈਂ ਕੱਲ ਨੂੰ ਆਖਾਂ ਆ ਜਾਓ ਬਹਿ ਜਾਓ ਆਪਾਂ ਪਲੇਨ 'ਚ ਬਹਿ ਜਾਂਦੇ ਆ ਤੇ ਮੈਂ ਨਾ ਮੈਨੂਅਲ ਪੜ੍ਹ ਕੇ ਉਡਾਉਣਾ ਸਿੱਖ ਲੈਣਾ, ਉਹ ਮੇਰੀ ਵੀ ਗਲਤੀ ਹੋ ਗਈ ਪਰ ਪਿੱਛੇ ਜਿਹੜੇ ਬੈਠੇ ਉਹ ਮੂਰਖ ਹੋਣਗੇ। ਸੋ ਤੁਹਾਨੂੰ ਪਤਾ ਕੁਝ ਹਫ਼ਤੇ ਪਹਿਲਾਂ ਜਦੋਂ ਉਹਨੇ ਕਲੋਰੋਕਸ ਤੇ ਬਲੀਚ ਤੇ ਹੋਰ ਕਲੀਨਰਸ ਬਾਰੇ ਕਿਹਾ ਸੀ, ਕੁਝ ਲੋਕਾਂ ਨੇ ਐਕਚੁਅਲੀ ਲਿੱਤਾ, ਕੁਝ ਲੋਕਾਂ ਨੇ ਇੰਜੈਕਟ ਕੀਤਾ, ਕੁਝ ਮੌਤਾਂ ਹੋਈਆਂ। ਹੁਣ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਪਿਛਲੇ ਵੀਕਐਂਡ ਵੀ ਮੈਂ ਹਾਈਡਰੋਕਸੀਕਲੋਰੋਕੁਇਨ ਲੈ ਰਿਹਾ ਕਿਉਂਕਿ ਵਾਈਟ ਹਾਊਸ 'ਚ ਕੁਝ ਲੋਕਾਂ ਨੂੰ ਜਿਹੜਾ ਸਟਾਫ ਆ COVID-19 ਹੋਇਆ ਵੀ ਮੈਨੂੰ ਹੋਵੇ ਨਾ। ਹੁਣ ਦੇਖੋ ਕਿੰਨੀ ਹੋਸ਼ੀ ਗੱਲ ਆ, ਕਿਉਂਕਿ ਅਮਰੀਕਾ 'ਚ 2 ਵੱਡੀਆਂ ਸਟੱਡੀਆਂ ਹੋਈਆਂ FDA ਦੀਆਂ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀਆਂ, ਉਹ ਦੋਵੇਂ ਸਾਬਿਤ ਕਰ ਚੁੱਕੀਆਂ ਵੀ ਹਾਈਡਰੋਕਸੀਕਲੋਰੋਕੁਇਨ ਬਿਲਕੁਲ ਨਹੀਂ ਕੰਮ ਕਰਦੀ। ਹਾਲਾਂਕਿ ਇੱਕ ਸਟੱਡੀ 'ਚ ਉਹਨਾਂ ਨੇ ਦੱਸਿਆ ਸੀ ਵੀ ਜਿਹੜੇ ਅੱਛਾ ਇਹ ਸਟੱਡੀਜ਼ ਪਹਿਲੀ ਗੱਲ ਹਾਈਡਰੋਕਸੀਕਲੋਰੋਕੁਇਨ ਪਤਾ ਕਿਹਨੂੰ ਦਿੱਤਾ ਜਾ ਰਹੀ, ਜਿਹੜੇ ਹਸਪੀਟਲ 'ਚ ਜ਼ਿਆਦਾ ਸਿੱਕ ਆ, ਜਿਹੜੇ ਘਰ ਬੈਠੇ ਉਹਨਾਂ ਨੂੰ ਤਾਂ ਇੰਡੀਕੇਟਡ ਨਹੀਂ ਆ ਵੀ ਪ੍ਰੋਫਿਲੈਕਸਿਸ ਕਹਿੰਦੇ ਆ ਵੀ ਤੁਹਾਨੂੰ ਇਹ ਕੋਵਿਡ ਹੋਣ ਤੋਂ ਬਚਾਓਗੀ, ਇਹਦੇ ਤੇ ਕਦੀ ਨਹੀਂ ਸੀ। ਦੂਜੀ ਗੱਲ ਜਿਹੜੇ ਹਸਪੀਟਲ ਤੋਂ ਸਟੱਡੀ ਆਈ, ਇੱਕ ਸਟੱਡੀ ਨੇ ਦੱਸਿਆ ਵੀ ਬਿਲਕੁਲ ਹੈਲਪ ਨਹੀਂ ਕਰਦੀ, ਦੂਜੀ 'ਚ ਜਿਹੜੇ ਗਰੁੱਪ ਨੂੰ ਹਾਈਡਰੋਕਸੀਕਲੋਰੋਕੁਇਨ ਦਿੱਤਾ ਐਕਚੁਅਲੀ ਉੱਥੇ ਮੌਤਾਂ ਜ਼ਿਆਦਾ ਹੋਈਆਂ, ਕਿਉਂਕਿ ਜਿਹੜੇ ਦਿਲ ਦੀ ਜਿਹੜੀ ਧੜਕਣ ਹੈ ਉਹਦੀ ਰਿਦਮ ਖਰਾਬ ਹੋ ਜਾਂਦੀ ਆ, ਕਿਡਨੀਜ਼ ਨੂੰ ਡੈਮੇਜ ਕਰਦੀ ਆ। ਸੋ ਪਲੀਜ਼ ਹਾਈਡਰੋਕਸੀਕਲੋਰੋਕੁਇਨ ਨਾ ਲਈਏ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੀ ਫੋਲੋਇੰਗ ਆਲ ਓਵਰ ਵਰਲਡ ਹੈਗੀ ਆ। ਜਦੋਂ ਮੈਂ ਇੱਥੇ ਤੁਹਾਨੂੰ ਰੋਕ ਰਿਹਾ, ਜਿਹੜੀਆਂ ਤੁਸੀਂ 2 ਸਟੱਡੀ ਦੱਸੀਆਂ ਕਿ ਇਹਦੇ ਵਿੱਚ ਤਾਂ ਵਸਟ ਹੋਇਆ ਇਹ ਲੈਣ ਦੇ ਨਾਲ, ਫਿਰ ਇਹ ਗੱਲ ਸ਼ੁਰੂ ਕਿੱਥੋਂ ਹੋਈ ਵੀ ਮਲੇਰੀਆ ਦੀ ਦਵਾਈ ਨਾਲ ਕੋਵਿਡ ਠੀਕ ਹੋ ਜਾਂਦਾ? ਇਹ ਵੀ ਤਾਂ ਕੋਈ ਸਟੱਡੀ ਸੀਗੀ ਪਹਿਲਾਂ। ਅੱਛਾ ਦੇਖੋ ਜਸਕਰਨ ਜੀ, ਜਦੋਂ ਆਪਾਂ ਕਹਿ ਰਹੇ ਹਾਂ ਵੀ 5 ਮਹੀਨੇ ਤੋਂ ਵਾਹ ਪਿਆ, ਇਹ ਸਾਡਾ ਹੁਣ ਇੱਥੇ ਡਾਊਨ ਆ ਰਿਹਾ। ਜਦੋਂ ਅਸੀਂ ਵਾਚ ਕਰ ਰਹੇ ਸੀ ਯੂਰਪ, ਉਹ ਸਪੇਨ 'ਚ, ਫਰਾਂਸ 'ਚ ਔਰ ਈਵਨ ਥਾਈਲੈਂਡ 'ਚ ਜਿਹੜੇ ਡਾਕਟਰ ਹੈ, ਇੱਕ ਕਹਾਵਤ ਹੁੰਦੀ ਨਾ ਮਰਦਾ ਕੀ ਨਹੀਂ ਕਰਦਾ, ਉਹ ਕੋਸ਼ਿਸ਼ ਕਰ ਰਹੇ ਸੀ ਵੀ ਇਹ ਵਾਇਰਸ ਹੈਗਾ, ਕਰੋਨਾ ਵਾਇਰਸ ਹੈਗਾ, ਥੋੜਾ ਬਹੁਤ ਆਪਾਂ ਕਾਕਟੇਲ ਦਵਾਈਆਂ ਦਾ ਮਿਕਸ ਕਰਕੇ ਦਈਏ, ਜਿਹੜੇ ਆਪਾਂ ਰੈਮਡੇਸਿਵਿਰ ਕਹੀ ਆ, ਹਾਈਡਰੋਕਸੀਕਲੋਰੋਕੁਇਨ, ਏਜ਼ੋਥਾਇਓਪ੍ਰਿਨ ਇੱਕ ਐਂਟੀਬਾਇਓਟਿਕ ਹੁੰਦੀ ਆ, ਉਹ ਕੋਸ਼ਿਸ਼ ਕਰ ਰਹੇ ਸੀ। ਹੁਣ ਦੇਖੋ 92% ਲੋਕਾਂ ਨੂੰ ਭਾਵੇਂ ਦਵਾਈ ਦਿਓ ਨਾ ਦਿਓ, ਉਹਨਾਂ ਦੇ ਠੀਕ ਹੋਣਾ। ਸੋ ਉਹਨਾਂ ਨੇ ਕਿਹਾ ਹਾਂ ਇਹਨੂੰ ਦਿੱਤੀ, ਇਹ ਠੀਕ ਹੋ ਗਿਆ, ਬਟ ਉਹ ਵਿਅਕਤੀ ਬਿਨਾਂ ਦਵਾਈ ਤੋਂ ਵੀ ਠੀਕ ਹੋ ਸਕਦਾ ਸੀ। ਫੇਰ ਗੱਲ ਚੱਲ ਗਈ ਇੰਡੀਆ, ਉੱਥੇ ਰਾਜਸਥਾਨ ਚਲੇ ਗਈ, ਉੱਥੇ ਉਹ ਡਾਕਟਰ ਨੇ ਕੀ ਸਕੀਮ ਲਾਈ, ਉਹ ਸਟੱਡੀ ਕਰ ਰਿਹਾ ਸੀ ਯੂਰਪ ਔਰ ਥਾਈਲੈਂਡ ਤੋਂ, ਉਹਨੇ ਉਹੀ ਮਿਕਸਚਰ ਦੇ ਕੇ 1-2 ਪੇਸ਼ੈਂਟ ਡਿਸਚਾਰਜ ਕਰਤਾ, ਉਹ ਵੱਡੀ ਜ਼ੀ ਨਿਊਜ਼ ਬਣ ਗਈ ਵੀ ਇੰਡੀਆ ਨੇ ਹਾਈਡਰੋਕਸੀਕਲੋਰੋਕੁਇਨ ਦੇ ਨਾਲ ਠੀਕ ਕਰ ਲਿਆ। ਉਸ ਤੋਂ ਬਾਅਦ ਦੇਖ ਲਓ ਜਿਹੜਾ ਸਭ ਤੋਂ ਵਰਲਡ ਦਾ ਸਭ ਤੋਂ ਪਾਵਰਫੁਲ ਪ੍ਰੈਜ਼ੀਡੈਂਟ ਇਹ ਕੰਟਰੀ ਦਾ ਹੈਗਾ, ਉਹਨੇ ਨਰਿੰਦਰ ਮੋਦੀ ਸਾਹਿਬ ਦੇ ਨਾਲ ਜਿਹੜੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਆ, 29 ਮਿਲੀਅਨ ਡੋਜ਼ਸ ਉਹ ਧੱਕੇ ਦੇ ਨਾਲ ਲਿੱਤੀਆਂ। ਪਹਿਲਾਂ ਕਹਿੰਦਾ ਸੀ ਦਿਓ, ਉਹ ਕਹਿੰਦੇ ਸੀ ਵੀ ਅਸੀਂ ਸੋਚਾਂਗੇ, ਸਾਨੂੰ ਆਪਣੇ ਪੇਸ਼ੈਂਟਸ ਵਾਸਤੇ ਚਾਹੀਦੀਆਂ। ਉਹ ਕਹਿੰਦਾ ਸੀ ਮੈਂ ਈਵਨ ਆਰਮਡ ਐਕਸ਼ਨ ਲੈ ਸਕਦਾ, ਇੰਨੇ ਤੱਕ ਉਹ ਸੰਗੀਨ ਗੱਲ ਹੋ ਗਈ ਸੀ, ਬਾਅਦ ਚੋਂ ਪਿਆਰ ਦੇ ਨਾਲ ਹੋ ਗਈ। 30 ਮਿਲੀਅਨ ਡੋਜ਼ਸ ਜਿਹੜੀਆਂ ਹੈਗੀਆਂ ਉਹ ਉੱਥੇ ਆਈਆਂ। ਐਕਚੁਅਲੀ ਕੈਨੇਡਾ ਨੇ ਵੀ ਮੰਗਾਈਆਂ ਸੀ, ਲੇਕਿਨ ਅਸੀਂ ਕਲੀਨਿਕਲ ਟ੍ਰਾਇਲ 'ਚ ਯੂਜ਼ ਕਰ ਰਹੀਆਂ ਸੀ।
ਇਹ ਮੈਂ ਅੰਦਰਲੀ ਗੱਲ ਤੁਹਾਨੂੰ ਹੁਣ ਦੱਸ ਰਿਹਾ, ਕੈਨੇਡਾ ਨੇ ਵੀ ਮੰਗਾਈਆਂ ਸੀ। ਅੱਛਾ ਜੀ। ਉਦੋਂ ਸੰਸਾਰ 'ਚ ਸਾਰਿਆਂ ਨੂੰ ਇਹ ਸੀ ਵੀ ਪਤਾ ਨਹੀਂ ਇਹ ਕੋਈ ਬਹੁਤ ਵੱਡਾ ਹੋਊਗਾ, ਲੇਕਿਨ ਸਟੱਡੀ ਸਾਰਿਆਂ 'ਚ ਆਇਆ ਵੀ ਇਹ ਵਰਕ ਤਾਂ ਕਰਦਾ ਨਹੀਂ ਆ। ਇਸ ਲਈ ਸ਼ੁਰੂ 'ਚ ਇਹ ਹਊਆ ਜਿਹੜਾ ਹੈਗਾ ਇਹ ਕ੍ਰੀਏਟ ਹੋਇਆ ਵੀ ਸ਼ਾਇਦ ਇਹਦੇ ਨਾਲ ਕੋਈ ਫਰਕ ਪਊਗਾ। ਜਦੋਂ ਇਹ ਹਊਆ ਚੱਲ ਰਿਹਾ ਸੀ ਉੱਥੋਂ ਅਫਰੀਕਾ ਦੇ ਵਿੱਚ, ਦੇਖੋ ਕਾਫੀ ਜਗ੍ਹਾ 'ਚ, ਹੁਣ ਇੰਡੀਆ ਵੀ ਤੁਸੀਂ ਫਾਰਮਾਸਿਸਟ ਕੋ ਚਲੇ ਜਾਓ, ਤੁਹਾਡਾ ਮਿੱਤਰ ਦੋਸਤ ਹੈਗਾ, ਉਹ ਬਿਨਾਂ ਪ੍ਰਿਸਕ੍ਰਿਪਸ਼ਨ ਤੋਂ ਦਵਾਈ ਦੇ ਦਿੰਦੇ ਆ, ਉਹਨਾਂ ਤੋਂ ਪੈਸੇ ਦੀ ਲੋੜ ਹੈਗੀ ਆ। ਸੋ ਬਾਕੀ ਅਫਰੀਕਨ ਕੰਟਰੀਜ਼ 'ਚ ਵੀ ਸੇਮ ਹੀ ਆ। ਉਹ ਕਈਆਂ ਨੇ ਹਾਈਡਰੋਕਸੀਕਲੋਰੋਕੁਇਨ ਖਾ ਕੇ ਕਈਆਂ ਦੀ ਮੌਤ ਹੋਈ, ਕਈਆਂ ਦੀ ਪੋਇਜ਼ਨਿੰਗ ਹੋਈ, ਕਈਆਂ ਨੂੰ ਹਸਪਤਾਲ ਦਾਖਲ ਕਰਨਾ ਪਿਆ। ਇਸ ਲਈ ਪ੍ਰੈਜ਼ੀਡੈਂਟ ਸਾਹਿਬ ਨੂੰ ਪੋਲਿਟਿਕਸ ਦੀ, ਇਕਨੋਮੀ ਦੀ ਗੱਲ ਕਰਨੀ ਚਾਹੀਦੀ ਆ। ਮੈਡੀਕਲ ਗੱਲ ਕਰਨ ਵਾਸਤੇ ਡਾਕਟਰ ਸੰਜੇ ਗੁਪਤਾ ਹੈਗੇ ਆ, ਡਾਕਟਰ ਐਂਥੋਨੀ ਫੌਸੀ ਹੈਗੇ, ਜਿਹੜੇ ਦੁਹਾਈ ਪੜ ਕੇ ਸਿਰ ਫੜ ਕੇ ਬੈਠੇ, ਹਾਏ ਪ੍ਰੈਜ਼ੀਡੈਂਟ ਸਾਹਿਬ ਤੁਸੀਂ ਕੀ ਕਰ ਰਹੇ ਹੋ। ਸੋ ਇਹ ਉਹਨਾਂ ਦਾ ਹੋਸ਼ਾ ਸੁਭਾਅ ਹੈਗਾ, ਲੇਕਿਨ ਇਹਦੇ ਥੋੜੀ ਜਿਹੀ ਕਾਮੇਡੀ ਵੀ ਕ੍ਰੀਏਟ ਹੋ ਜਾਂਦੀ, ਜਿੱਦਾਂ ਨਹੀਂ ਇੱਕ ਮੂਵੀ ਹੁੰਦੀ ਆ ਰੋਮਾਂਸ ਆ, ਕਾਮੇਡੀ, ਟ੍ਰੈਜੇਡੀ। ਸੋ ਟ੍ਰੈਜੇਡੀ ਦੇ ਵਿੱਚ ਵੀ ਥੋੜੀ ਕਾਮੇਡੀ ਵੀ ਟਰੰਪ ਸਾਹਿਬ ਕਰ ਲੈਂਦੇ ਆ। ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਜੁੜਿਆ, ਬਹੁਤ ਸਾਰੀਆਂ ਗੱਲਾਂ ਸਾਨੂੰ ਕਲੀਅਰ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ। ਬਹੁਤ ਬਹੁਤ ਧੰਨਵਾਦ, ਖੁਸ਼ ਰਹੋ, ਆਬਾਦ ਰਹੋ। ਹਾਈਡਰੋਕਸੀਕਲੋਰੋਕੁਇਨ ਦਾ ਕੋਈ ਫਾਇਦਾ ਨਹੀਂ ਜੋ, ਔਰ ਸਾਡੇ ਅੱਛੇ ਦਿਨ ਆ ਰਹੇ ਆ, ਲੇਕਿਨ ਤੁਹਾਨੂੰ ਸਭ ਦੇ ਰਹਿਣ ਦੀ ਲੋੜ ਹੈਗੀ ਆ। ਥੈਂਕ ਯੂ, ਸ਼ੁਕਰੀਆ ਜੀ, ਮਿਹਰਬਾਨੀ ਡਾਕਟਰ ਸਾਹਿਬ। ਦੋਸਤੋ ਇਹ ਸਨ ਡਾਕਟਰ ਪ੍ਰਗਟ ਸਿੰਘ ਪੁਰ ਜੀ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਇਹ ਸੱਚਮੁੱਚ ਬੜਾ ਕਨਫਿਊਜ਼ਿੰਗ ਆ, ਬਹੁਤ ਕਨਫਿਊਜ਼ਿੰਗ ਆ ਇਹ ਸਾਰਾ ਕੁਝ, ਕਿਸੇ ਨੂੰ ਵੀ ਸਮਝ ਨਹੀਂ ਆ ਰਿਹਾ। ਤੁਸੀਂ ਸੋਚੋ, ਇਸ ਗੱਲ ਨੂੰ ਇਮੈਜਿਨ ਕਰੋ ਕਿ ਇੱਕ ਦਵਾਈ, ਕੋਈ ਸਟੱਡੀ ਆ ਕੇ ਕਹਿੰਦੀ ਵੀ ਇਹ ਦਵਾਈ ਦੇ ਨਾਲ ਕੋਵਿਡ-19 ਦੇ ਪੇਸ਼ੈਂਟ ਨੂੰ ਫਾਇਦਾ ਹੋਇਆ। ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ, ਇੰਡੀਆ ਤੋਂ ਉਹ ਦਵਾਈ ਮੰਗਵਾ ਲੈਂਦਾ, ਰੌਲਾ ਵੀ ਪੈਂਦਾ, ਉਹ ਦਵਾਈ ਆ ਜਾਂਦੀ। ਕੈਨੇਡਾ ਵੀ ਕਿਸੇ ਨਾ ਕਿਸੇ ਤਰ੍ਹਾਂ ਮੰਗਵਾਉਂਦਾ, ਉਹਦੇ ਤੋਂ ਬਾਅਦ ਰਾਸ਼ਟਰਪਤੀ ਉਹ ਦਵਾਈ ਲੈਂਦੇ ਵੀ ਆ। ਫਿਰ ਇੱਕ ਸਟੱਡੀ ਆ ਜਾਂਦੀ ਕਿ ਨਹੀਂ ਜੀ ਇਹਦਾ ਕੋਈ ਫਾਇਦਾ ਨਹੀਂ। ਫਿਰ ਇੱਕ ਸਟੱਡੀ ਆ ਜਾਂਦੀ ਆ ਇਹਦਾ ਫਾਇਦਾ ਨਹੀਂ ਜੀ, ਇਹਦਾ ਤਾਂ ਨੁਕਸਾਨ ਆ। ਲੋਕ ਇਹਦੇ 'ਤੇ ਯਕੀਨ ਕਰਨ, ਸ਼ਾਇਦ ਇਹ ਵਾਇਰਸ ਨਵਾਂ ਆ, ਇਸ ਕਰਕੇ ਇਹਦੇ ਨਾਲ ਵਾਹ ਅਜੇ ਥੋੜ੍ਹਾ ਸਮਾਂ ਹੋਇਆ। ਹੌਲੀ ਹੌਲੀ ਜਿੱਦਾਂ ਵਿਗਿਆਨਕ ਜਿਹੜੇ ਵਿਗਿਆਨੀ ਆ ਉਹ ਖੋਜਾਂ ਕਰਨਗੇ, ਉਹਦੇ ਤੋਂ ਬਾਅਦ ਬਹੁਤ ਸਾਰੀ ਸਥਿਤੀ ਸਪਸ਼ਟ ਹੋਏਗੀ। ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਸਦਾ ਕੁਲਵੀਰ ਸਿੰਘ ਸੰਘਾ ਹੋਣਾ ਨਾਲ ਐਡਮਿੰਟਨ ਤੋਂ ਤੇ ਡਾਕਟਰ ਪ੍ਰਗਟ ਸਿੰਘ ਪੁਰ ਜੀ ਹੋਣਾ ਨਾਲ ਖਾਸ ਤੌਰ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।